Attention Outlook। ਸ਼ਲੋਕ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਜੋ ਗਰੀਬੀ ਸੁਭਾਅ ਵਾਲਾ ਬੰਦਾ ਹੁੰਦਾ ਹੈ, ਜਿਸ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਹੁੰਦਾ ਹੈ, ਉਹ ਸੁਖੀ ਬਸਦਾ ਹੈ। ਸੁਖੀ ਬਸੈ ਮਸਕੀਨੀਆਂ, ਮਸਕੀਨੀ ਤੋਂ ਭਾਵ ਗਰੀਬੀ ਸੁਭਾਅ ਵਾਲਾ ਬੰਦਾ। ਆਪ ਨਿਵਾਰ ਤਲੇ ਤੋਂ ਭਾਵ ਕਿ ਉਹਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ। ਤੇ ਦੂਜੇ ਪਾਸੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਹੇ ਨਾਨਕ, ਵੱਡੇ ਵੱਡੇ ਹੰਕਾਰੀ ਮਨੁੱਖ ਆਪਣੇ ਹੰਕਾਰ ਦੇ ਵਿੱਚ ਹੀ ਗਲ ਜਾਂਦੇ ਹਨ। ਕਿਸੇ ਨੂੰ ਵੀ ਉਹਨਾਂ ਨੂੰ ਤੰਗ ਕਰਨ ਦੀ, ਪਰੇਸ਼ਾਨ ਕਰਨ ਦੀ, ਖਤਮ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਹੈ। ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਲੈ ਡੁੱਬਦਾ ਹੈ। ਤੇ ਅੱਜ ਜੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 12ਵੀਂ ਅਸ਼ਟਪਦੀ ਦੀ ਆਪਾਂ ਵਿਆਖਿਆ ਕਰਨੀ ਹੈ, ਪੂਰੀ ਅਸ਼ਟਪਦੀ ਦੇ ਵਿੱਚ ਇਹ ਭਾਵ ਨਿਰੰਤਰ ਚੱਲਣਾ ਹੈ ਕਿ ਕਿਸ ਪ੍ਰਕਾਰ ਹੰਕਾਰ ਦੇ ਵਿੱਚ ਆ ਕੇ ਮਨੁੱਖ ਕੀ ਕਰਦਾ ਹੈ, ਕੀ ਸੋਚਦਾ ਹੈ, ਤੇ ਉਹਦੇ ਇਹਨਾਂ ਸਾਰੇ ਕੰਮਾਂ ਦਾ, ਉਹਦੀਆਂ ਇਹਨਾਂ ਸਾਰੀਆਂ ਸੋਚਾਂ ਦਾ ਅੰਤ ਕੀ ਹੁੰਦਾ ਹੈ। ਇਹ ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਿੱਖਾਂਗੇ। ਅਸ਼ਟਪਦੀ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ, ਹੁਣ ਜ਼ਰੂਰੀ ਨਹੀਂ ਕਿ ਉਹ ਕਿਸੇ ਰਾਜ ਦਾ ਰਾਜਾ ਹੀ ਹੋਵੇ, ਜਾਂ ਜੇ ਅੱਜ ਦੇ ਜ਼ਮਾਨੇ ਵਿੱਚ ਅਸੀਂ ਗੱਲ ਕਰੀਏ ਤਾਂ ਜ਼ਰੂਰੀ ਨਹੀਂ ਕਿ ਉਹ ਕਿਸੇ ਰਾਜ ਦਾ ਮੁੱਖ ਮੰਤਰੀ ਹੋਵੇ ਜਾਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ। ਛੋਟੇ ਪੱਧਰ 'ਤੇ ਵੀ ਜੇਕਰ ਅਸੀਂ ਗੱਲ ਕਰੀਏ, ਇੱਕ ਘਰ ਦੇ ਵਿੱਚ ਵੀ ਕਈ ਵਾਰ ਇੱਕ ਇਨਸਾਨ ਦਾ ਰਾਜ ਚੱਲਦਾ ਹੁੰਦਾ ਹੈ। ਸਾਰਾ ਪਰਿਵਾਰ ਉਸ ਇੱਕ ਇਨਸਾਨ ਦੀ ਗੱਲ ਮੰਨਦਾ ਹੁੰਦਾ ਹੈ। ਉਸ ਇੱਕ ਇਨਸਾਨ ਨੂੰ ਲੱਗਦਾ ਹੁੰਦਾ ਹੈ ਕਿ ਪੂਰਾ ਪਰਿਵਾਰ ਉਹਦੇ ਅੰਡਰ ਹੈ, ਉਹ ਪੂਰੇ ਪਰਿਵਾਰ 'ਤੇ ਰਾਜ ਕਰ ਰਿਹਾ ਹੈ। ਤੇ ਬਹੁਤੀ ਵਾਰ ਇੰਨੇ ਛੋਟੇ ਜਿਹੇ ਰਾਜ ਦਾ ਵੀ ਮਨੁੱਖ ਅਭਿਮਾਨ ਕਰ ਜਾਂਦਾ ਹੈ। ਤੁਹਾਡੇ ਅਧਿਕਾਰ ਦੇ ਵਿੱਚ ਜੇਕਰ ਕੁਝ ਵੀ ਹੈ ਤਾਂ ਤੁਹਾਡਾ ਉਸ ਕੁਝ ਵੀ ਦੇ ਉੱਪਰ ਰਾਜ ਹੈ। ਤੁਸੀਂ ਉਸ ਰਾਜ ਦਾ ਅਭਿਮਾਨ ਕਰਦੇ ਹੋ ਜਾਂ ਨਹੀਂ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਦੇ ਮਨ ਦੇ ਵਿੱਚ ਉਸ ਰਾਜ ਦਾ ਅਭਿਮਾਨ ਪੈਦਾ ਹੋ ਜਾਵੇ, ਉਹ ਕੁੱਤੇ ਵਰਗਾ ਹੋ ਜਾਂਦਾ ਹੈ ਤੇ ਨਰਕ ਦੇ ਵਿੱਚ ਪੈਣ ਦਾ ਅਧਿਕਾਰੀ ਹੋ ਜਾਂਦਾ ਹੈ। ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਜੋ ਆਪਣੇ ਆਪ ਨੂੰ ਜੋਬਨਵੰਤ ਸਮਝਣ ਲੱਗ ਜਾਏ, ਸੋਹਣਾ ਸਮਝਣ ਲੱਗ ਜਾਏ, ਉਹ ਵਿਸ਼ਟਾ ਦਾ ਕੀੜਾ ਹੋ ਜਾਂਦਾ ਹੈ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਜੇਕਰ ਕੋਈ ਮਨੁੱਖ ਚੰਗਾ ਕਾਰਜ ਕਰਦਾ ਹੈ ਤਾਂ ਉਹ ਚੰਗਾ ਕਾਰਜ ਨਿਰਸਵਾਰਥ ਹੋਣਾ ਚਾਹੀਦਾ ਹੈ। ਜੇਕਰ ਉਹ ਇਹ ਕਹੇ ਕਿ ਮੈਂ ਚੰਗਾ ਕਾਰਜ ਕਰ ਰਿਹਾ ਹਾਂ ਤੇ ਲੋਕ ਇਸ ਗੱਲ ਨੂੰ ਕਬੂਲਣ ਤੇ ਲੋਕ ਮੈਨੂੰ ਚੰਗਾ ਕਾਰਜ ਕਰਨ ਵਾਲਾ ਆਖਣ, ਤਾਂ ਉੱਥੇ ਉਹਦਾ ਉਹ ਅਹੰਕਾਰ ਹੁੰਦਾ ਹੈ ਜੋ ਇਸ ਗੱਲ ਦੀ ਡਿਮਾਂਡ ਕਰ ਰਿਹਾ ਹੁੰਦਾ ਹੈ। ਸੋ ਆਪਸ ਕਉ ਕਰਮਵੰਤ ਕਹਾਵੈ, ਜਿਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਜਨਮ ਮਰੈ ਬਹੁ ਜੋਨ ਭਰਮਾਵੈ। ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜੋ ਮਨੁੱਖ ਧਨ ਤੇ ਜ਼ਮੀਨ ਇਹਨਾਂ ਦੀ ਮਾਲਕੀ ਦਾ ਅਹੰਕਾਰ ਕਰਦਾ ਹੈ, ਉਹ ਬੜਾ ਮੂਰਖ ਅਤੇ ਜਾਹਿਲ ਹੈ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਉਹ ਪ੍ਰਮਾਤਮਾ ਖੁਦ ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਸੁਭਾਅ ਪਾ ਦਿੰਦਾ ਹੈ,
ਉਹ ਮਨੁੱਖ ਇਸ ਜ਼ਿੰਦਗੀ ਦੇ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਅਤੇ ਪਰਲੋਕ ਦੇ ਵਿੱਚ ਵੀ ਸੁੱਖ ਪਾਉਂਦਾ ਹੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਕਈ ਵਾਰ ਮਨੁੱਖ ਧਨਵਾਨ ਹੁੰਦਾ ਹੈ ਅਤੇ ਆਪਣੇ ਧਨ ਦਾ ਉਹ ਮਾਣ ਕਰਦਾ ਹੈ, ਗਰਬ ਕਰਦਾ ਹੈ, ਪਰ ਇਹ ਗੱਲ ਭੁੱਲ ਜਾਂਦਾ ਹੈ ਕਿ ਅੰਤ ਵੇਲੇ ਉਸ ਸਾਰੀ ਧਨ ਦੌਲਤ ਦੇ ਵਿੱਚੋਂ ਇੱਕ ਤੀਲੇ ਜਿਤਨਾ ਵੀ ਉਹਦੇ ਨਾਲ ਨਹੀਂ ਜਾਣਾ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਵਿਨਾਸ਼। ਕਈ ਮਨੁੱਖਾਂ ਦੇ ਅੱਗੇ ਪਿੱਛੇ ਘੁੰਮਣ ਵਾਲੇ ਬਹੁਤ ਲੋਕ ਹੁੰਦੇ ਨੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ। ਉਹ ਕਿਸੇ ਵਪਾਰੀ ਦੇ ਹੇਠਾਂ ਕੰਮ ਕਰਦੇ ਉਹਦੇ ਕਰਮਚਾਰੀ ਵੀ ਹੋ ਸਕਦੇ ਨੇ, ਕਿਸੇ ਉੱਗੀ ਸ਼ਖਸੀਅਤ ਦੇ ਅੱਗੇ ਪਿੱਛੇ ਘੁੰਮਣ ਵਾਲੇ ਉਹਦੇ ਚਹੇਤੇ ਵੀ ਹੋ ਸਕਦੇ ਨੇ। ਤੇ ਅਕਸਰ ਜਦੋਂ ਕਿਸੇ ਇਨਸਾਨ ਦੇ ਅੱਗੇ ਪਿੱਛੇ ਘੁੰਮਣ ਵਾਲੇ ਹੋਰ ਇਨਸਾਨ ਹੋਣ ਤੇ ਕਾਫੀ ਮਾਤਰਾ ਦੇ ਵਿੱਚ ਹੋਣ ਤਾਂ ਉਸ ਮਨੁੱਖ ਨੂੰ ਲੋਕਾਂ ਦੀ ਉਸ ਫੌਜ ਤੇ ਲੋਕਾਂ ਦੀ ਉਸ ਲਸ਼ਕਰ ਦੇ ਉੱਪਰ ਮਾਣ ਹੋ ਜਾਂਦਾ ਹੈ, ਉਹਨਾਂ ਦੇ ਉੱਪਰ ਆਸ ਹੋ ਜਾਂਦੀ ਹੈ ਕਿ ਮੈਨੂੰ ਕੁਝ ਵੀ ਹੋ ਜਾਏ ਇਹ ਮੈਨੂੰ ਬਚਾ ਲੈਣਗੇ, ਇਹ ਮੇਰੀ ਮਦਦ ਕਰਨਗੇ। ਪਰ ਜਦ ਅੰਤ ਵੇਲਾ ਆ ਜਾਂਦਾ ਹੈ ਉੱਥੇ ਕੋਈ ਵੀ ਮਦਦ ਕਰ ਨਹੀਂ ਪਾਉਂਦਾ। ਸਵਾਸਾਂ ਦੀ ਪੂੰਜੀ ਜਿਸ ਦਿਨ ਖਤਮ ਹੋ ਗਈ ਉਹਨੂੰ ਕੋਈ ਵਧਾ ਨਹੀਂ ਸਕਦਾ। ਇੱਕ ਪਲ ਦੇ ਵਿੱਚ ਉਸ ਦਾ ਵਿਨਾਸ਼ ਹੋ ਜਾਂਦਾ ਹੈ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਖਿਨ ਮਹਿ ਹੋਏ ਜਾਏ ਪਸਮੰਤ। ਕਈ ਵਾਰ ਮਨੁੱਖ ਸਰੀਰਕ ਤੌਰ 'ਤੇ ਕਾਫੀ ਤਾਕਤਵਰ ਹੁੰਦਾ ਹੈ ਅਤੇ ਉਹ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਣ ਲੱਗ ਜਾਂਦਾ ਹੈ ਕਿ ਮੈਂ ਹੀ ਸਭ ਤੋਂ ਤਾਕਤਵਰ ਹਾਂ। ਪਰ ਸਦਾ ਜੀਵਤ ਤੇ ਉਹ ਵੀ ਨਹੀਂ ਰਹਿ ਸਕਦਾ। ਜਦੋਂ ਅੰਤ ਵੇਲਾ ਆ ਗਿਆ ਤਾਂ ਬਲਵਾਨ ਤੋਂ ਬਲਵਾਨ ਮਨੁੱਖ ਵੀ ਇੱਕ ਪਲ ਦੇ ਵਿੱਚ ਸੁਆਹ ਹੋ ਜਾਂਦਾ ਹੈ। ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਕਈ ਵਾਰ ਮਨੁੱਖ ਇੰਨਾ ਜ਼ਿਆਦਾ ਹੰਕਾਰੀ ਹੋ ਜਾਂਦਾ ਹੈ ਕਿ ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਉਹ ਕੋਈ ਗਲਤ ਕੰਮ ਕਰਨ ਲੱਗੇ ਤੇ ਦੂਜਾ ਉਹਨੂੰ ਸਲਾਹ ਦੇਣ ਜਾਵੇ ਤਾਂ ਉਹਨੂੰ ਵੀ ਫਿਟਕਾਰ ਕੇ ਘਰ ਭੇਜ ਦਿੰਦਾ ਹੈ ਜਾਂ ਦੂਰ ਭੇਜ ਦਿੰਦਾ ਹੈ ਕਿ ਮੈਨੂੰ ਤੇਰੀ ਸਲਾਹ ਨਹੀਂ ਚਾਹੀਦੀ। ਇੰਨਾ ਜ਼ਿਆਦਾ ਕਈ ਵਾਰ ਮਨੁੱਖ ਹੰਕਾਰੀ ਹੋ ਜਾਂਦਾ ਹੈ ਤੇ ਅਜਿਹੇ ਹੰਕਾਰੀ ਮਨੁੱਖ ਦੀ ਮਿੱਟੀ ਪਲੀਤ ਗੁਰੂ ਜੀ ਕਹਿੰਦੇ ਉਹ ਧਰਮਰਾਜ ਆਪ ਹੀ ਕਰਦਾ ਹੈ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਾਹ ਪ੍ਰਵਾਨ। ਸਤਿਗੁਰੂ ਦੀ ਦਇਆ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦਾ ਹੰਕਾਰ ਮਿਟਦਾ ਹੈ, ਹੇ ਨਾਨਕ, ਉਹ ਮਨੁੱਖ ਪ੍ਰਭੂ ਦੀ ਦਰਗਾਹ 'ਤੇ ਕਬੂਲ ਹੁੰਦਾ ਹੈ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਜੇਕਰ ਕੋਈ ਮਨੁੱਖ ਹਉ ਧਾਰ ਕੇ ਅਹੰਕਾਰ ਨੂੰ ਆਪਣੇ ਅੰਦਰ ਵਸਾ ਕੇ ਕਰੋੜਾਂ ਧਾਰਮਿਕ ਕਾਰਜ ਕਰੇ ਤਾਂ ਉਹਦੇ ਕੀਤੇ ਹੋਏ ਉਹ ਸਾਰੇ ਹੀ ਕਾਰਜ ਵਿਅਰਥ ਜਾਂਦੇ ਨੇ। ਉਹਨਾਂ ਦਾ ਫਲ ਉਹਨੂੰ ਥਕੇਵਾਂ ਹੀ ਮਿਲਦਾ ਹੈ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਜੇਕਰ ਕੋਈ ਮਨੁੱਖ ਅਨੇਕਾਂ ਤਪ ਦੇ ਸਾਧਨ ਕਰੇ, ਅਨੇਕਾਂ ਤਪੱਸਿਆਵਾਂ ਕਰੇ, ਪਰ ਅੰਦਰ ਇਹਨਾਂ ਤਪੱਸਿਆਵਾਂ ਦਾ ਹੰਕਾਰ ਕਰ ਬੈਠੇ ਕਿ ਮੈਂ ਇੰਨਾ ਤਪੱਸਵੀ ਬਣ ਗਿਆ ਹਾਂ, ਤਾਂ ਅਜਿਹਾ ਮਨੁੱਖ ਵੀ ਨਰਕਾਂ ਤੇ ਸੁਰਗਾਂ ਦੇ ਵਿੱਚ ਹੀ ਘੁੰਮਦਾ ਰਹਿੰਦਾ ਹੈ। ਕਦੇ ਨਰਕਾਂ ਦੇ ਵਿੱਚ ਅਵਤਾਰ ਲੈ ਲਿਆ, ਕਦੇ ਸੁਰਗਾਂ ਦੇ ਵਿੱਚ ਅਵਤਾਰ ਲੈ ਲਿਆ। ਭਾਵ ਕਦੇ ਦੁਖੀ ਹੋ ਗਿਆ, ਕਦੇ ਸੁਖੀ ਹੋ ਗਿਆ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕਉ ਕੈਸੇ ਗਵੈ। ਅਨੇਕਾਂ ਪ੍ਰਕਾਰ ਦੇ ਯਤਨ ਕਰਨ ਤੋਂ ਬਾਅਦ ਵੀ ਜੇਕਰ ਤੁਹਾਡਾ ਹਿਰਦਾ ਨਰਮ ਨਹੀਂ ਹੁੰਦਾ ਤਾਂ ਗੁਰੂ ਜੀ ਕਹਿੰਦੇ ਦੱਸੋ ਕਿ ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਪਹੁੰਚ ਸਕਦਾ ਹੈ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ
ਨਿਕਟ ਨਾ ਆਵੈ। ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਨੇਕੀ ਉਸਦੇ ਨੇੜੇ ਵੀ ਨਹੀਂ ਟੁੱਕਦੀ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਕੀ ਨਿਰਮਲ ਸੋਏ। ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਜਿਸ ਨੇ ਆਪਣੇ ਅੰਦਰੋਂ ਆਪਣੀ ਮੈਂ ਨੂੰ, ਆਪਣੇ ਹੰਕਾਰ ਨੂੰ ਖਤਮ ਕਰ ਲਿਆ ਹੁੰਦਾ ਹੈ, ਹੇ ਨਾਨਕ ਇਹ ਆਖ ਕਿ ਅਜਿਹਾ ਮਨੁੱਖ ਸੋਹਣੀ ਸ਼ੋਭਾ ਖੱਟਦਾ ਹੈ। ਜਬ ਲਗ ਜਾਨੈ ਮੁਝ ਤੇ ਕਛ ਹੋਏ, ਤਬ ਇਸ ਕਉ ਸੁਖ ਨਾਹੀ ਕੋਈ। ਜਬ ਲਗ ਤੋਂ ਭਾਵ ਜਦੋਂ ਤੱਕ ਇਹ ਮਨੁੱਖ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ, ਕਿ ਮੈਂ ਕੁਝ ਕਰਨ ਦੇ ਸਮਰੱਥ ਹਾਂ, ਉਦੋਂ ਤੱਕ ਇਹ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਤਬ ਇਸ ਕਉ ਸੁਖ ਨਾਹੀ ਕੋਈ। ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮਹਿ ਫਿਰਤਾ। ਜਦੋਂ ਮਨੁੱਖ ਇਹ ਸਮਝਣ ਲੱਗ ਜਾਏ ਕਿ ਮੈਂ ਕੁਝ ਕਰਦਾ ਹਾਂ, ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਮੈਂ ਕਰ ਰਿਹਾ ਹਾਂ, ਤਾਂ ਇਹਨੂੰ ਗਰਭ ਲੱਗ ਜਾਂਦਾ ਹੈ, ਅਹੰਕਾਰ ਲੱਗ ਜਾਂਦਾ ਹੈ, ਤੇ ਇਹ ਜੂਨਾਂ ਦੇ ਵਿੱਚ ਪਿਆ ਰਹਿੰਦਾ ਹੈ। ਇਹਦੀ ਕੀਤੀ ਹੋਈ ਕੋਈ ਕੋਸ਼ਿਸ਼ ਸਫਲ ਹੋ ਜਾਏ ਤਾਂ ਇਹ ਖੁਸ਼ ਹੋ ਜਾਂਦਾ ਹੈ, ਖੁਸ਼ੀ ਵਾਲੀ ਜੂਨ 'ਚ ਚਲਿਆ ਜਾਂਦਾ ਹੈ ਕਿ ਮੈਂ ਇਹ ਕਰ ਲਿਆ। ਇਹਦੀ ਕੀਤੀ ਹੋਈ ਕੋਈ ਕੋਸ਼ਿਸ਼ ਨਾਕਾਮ ਹੋ ਜਾਏ ਤਾਂ ਇਹ ਗਮੀ ਵਾਲੀ ਜੂਨ ਦੇ ਵਿੱਚ ਚਲਿਆ ਜਾਂਦਾ ਹੈ, ਆਪਣੇ ਆਪ ਨੂੰ ਕੋਸਣ ਲੱਗਦਾ ਹੈ ਕਿ ਮੈਂ ਇੱਥੇ ਅਸਫਲ ਹੋ ਗਿਆ। ਤਾਂ ਜਦੋਂ ਤੱਕ ਇਹ ਸੋਚਦਾ ਹੈ ਕਿ ਮੈਂ ਕੁਝ ਕਰਦਾ ਹਾਂ, ਉਦੋਂ ਤੱਕ ਇਸੇ ਪ੍ਰਕਾਰ ਹੀ ਕਦੇ ਖੁਸ਼ੀ ਕਦੇ ਗਮੀ, ਕਦੇ ਖੁਸ਼ੀ ਕਦੇ ਗਮੀ ਜੂਨਾਂ ਦੇ ਵਿੱਚ ਪਿਆ ਰਹਿੰਦਾ ਹੈ। ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਤੱਕ ਇਹਨੇ ਆਪਣੇ ਆਸ-ਪਾਸ ਵਸਦੇ ਹੋਏ ਮਨੁੱਖਾਂ ਨੂੰ ਵੈਰੀਆਂ ਅਤੇ ਮਿੱਤਰਾਂ ਦੇ ਵਿੱਚ ਵੰਡ ਰੱਖਿਆ ਹੈ, ਕਿਸੇ ਨੂੰ ਵੈਰੀ ਸਮਝਦਾ ਹੈ, ਕਿਸੇ ਨੂੰ ਮਿੱਤਰ ਸਮਝਦਾ ਹੈ, ਉਦੋਂ ਤੱਕ ਇਹਦਾ ਚਿੱਤ ਟਿਕਾਣੇ ਨਹੀਂ ਆਉਂਦਾ, ਉਦੋਂ ਤੱਕ ਮਨ ਅਡੋਲ ਨਹੀਂ ਹੋ ਸਕਦਾ। ਅਡੋਲਤਾ ਤੋਂ ਭਾਵ ਕੀ ਹੈ ਕਿ ਇੱਕ ਸਥਿਰਤਾ ਵਾਲੀ ਹਾਲਤ ਮਨ ਦੀ ਹੋ ਗਈ ਹੈ, ਨਾ ਤੇ ਖੁਸ਼ੀ ਵਿੱਚ ਉਛਲਦਾ ਹੈ, ਨਾ ਗਮੀ ਵਿੱਚ ਢਹਿੰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ। ਹੁਣ ਜਦ ਮਿੱਤਰ ਵੀ ਬਣਾ ਲਏ ਤੇ ਵੈਰੀ ਵੀ ਬਣਾ ਲਏ, ਵੈਰੀਆਂ ਤੋਂ ਡਰੇਗਾ ਵੀ, ਉਹਨਾਂ ਦਾ ਨੁਕਸਾਨ ਕਰਨ ਦੀਆਂ ਤਰਕੀਬਾਂ ਵੀ ਲੱਭੇਗਾ, ਮਿੱਤਰਾਂ ਦੇ ਨਾਲ ਹੱਸੇ ਖੇਡੇਗਾ ਵੀ, ਖੁਸ਼ ਵੀ ਹੋਏਗਾ। ਸੋ ਸਥਿਰਤਾ ਤੇ ਹੈ ਹੀ ਨਹੀਂ, ਅਡੋਲਤਾ ਨਹੀਂ ਹੈ ਜਦੋਂ ਤੱਕ ਤੁਹਾਡੇ ਜੀਵਨ ਦੇ ਵਿੱਚ ਵੈਰੀ ਤੇ ਮਿੱਤਰ ਹਨ। ਜਦੋਂ ਤੁਸੀਂ ਸਾਰਿਆਂ ਨੂੰ ਇੱਕ ਬਰਾਬਰ ਸਮਝਣ ਲੱਗ ਗਏ ਤੇ ਆਪਣੇ ਆਪ ਹੀ ਅਡੋਲਤਾ ਆ ਜਾਂਦੀ ਹੈ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਦ ਤੱਕ ਬੰਦਾ ਮਾਇਆ ਦੇ ਮੋਹ ਵਿੱਚ ਗਰਕ ਰਹਿੰਦਾ ਹੈ, ਤਦ ਤੱਕ ਧਰਮ ਰਾਜ ਹੀ ਇਹਨੂੰ ਦੰਡ ਦਿੰਦਾ ਰਹਿੰਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਪਰ ਮਾਇਆ ਦੇ ਇਹ ਬੰਧਨ ਪ੍ਰਭੂ ਦੀ ਮਿਹਰ ਨਾਲ ਹੀ ਟੁੱਟਦੇ ਹਨ। ਜਦੋਂ ਉਹ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੇ ਤਦ ਹੀ ਸਾਡੇ ਇਹ ਬੰਧਨ ਟੁੱਟ ਸਕਦੇ ਹਨ। ਹੇ ਨਾਨਕ, ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਦੀ ਹਉਮੈ ਦੂਰ ਹੁੰਦੀ ਹੈ। ਸਹਿਸ ਖੱਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜਦੋਂ ਮਨੁੱਖ ਹਜ਼ਾਰਾਂ ਰੁਪਏ ਕਮਾ ਲੈਂਦਾ ਹੈ ਤਾਂ ਲੱਖਾਂ ਦੀ ਖਾਤਰ ਉੱਠ ਦੌੜਦਾ ਹੈ, ਲੱਖਾਂ ਕਮਾ ਲੈਂਦਾ ਹੈ ਤੇ ਕਰੋੜਾਂ ਦੀ ਖਾਤਰ ਉੱਠ ਦੌੜਦਾ ਹੈ। ਮਾਇਆ ਜਮ੍ਹਾਂ ਕਰੀ ਜਾਂਦਾ ਹੈ ਪਰ ਕਦੇ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ। ਅਨਕ ਭੋਗ ਵਿਖਿਆ ਕੇ ਕਰੈ, ਨਾ ਤ੍ਰਿਪਤਾਵੈ ਖਪ ਖਪ ਮਰੈ। ਇਸ ਮਾਇਆ ਦੀ ਮੌਜ ਦੇ ਵਿੱਚ ਅਨੇਕਾਂ ਆਨੰਦ ਮਾਣਦਾ ਹੈ, ਅਨੇਕਾਂ ਭੋਗ ਰਚਦਾ ਹੈ, ਪਰ ਤਸੱਲੀ ਨਹੀਂ ਹੁੰਦੀ, ਹੋਰ ਭੋਗਾਂ ਦੇ ਮਗਰ ਦੌੜਦਾ ਹੈ, ਖਪਦਾ ਰਹਿੰਦਾ ਹੈ।
ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਦ ਅੰਦਰ ਸੰਤੋਖ ਨਾ ਹੋਵੇ, ਸਬਰ ਨਾ ਹੋਵੇ, ਤਾਂ ਕੋਈ ਵੀ ਮਨੁੱਖ ਰੱਜਦਾ ਨਹੀਂ। ਬੇਸ਼ੱਕ ਉਹਦੇ ਕੋਲ ਕਿੰਨੀ ਵੀ ਧਨ ਦੌਲਤ ਕਿਉਂ ਨਾ ਆ ਜਾਵੇ, ਉਹ ਫਿਰ ਵੀ ਹੋਰ ਦੀ ਤਾਂਘ ਕਰਦਾ ਰਹਿੰਦਾ ਹੈ ਜਦ ਤੱਕ ਉਹਦੇ ਅੰਦਰ ਸੰਤੋਖ ਨਾ ਹੋਵੇ। ਲੇਕਿਨ ਇਹ ਸਭ ਕੁਝ ਸੁਪਨਿਆਂ ਵਰਗਾ ਹੈ। ਗੁਰੂ ਜੀ ਕਹਿੰਦੇ ਕਿ ਜਿਵੇਂ ਸੁਪਨਿਆਂ ਦਾ ਕੋਈ ਲਾਭ ਨਹੀਂ ਹੁੰਦਾ, ਜਦ ਤੱਕ ਸੁਪਨਾ ਚੱਲ ਰਿਹਾ ਹੈ ਤਾਂ ਅਸੀਂ ਆਨੰਦ ਮਾਣ ਰਹੇ ਹੁੰਦੇ ਹਾਂ। ਜਦ ਨੀਂਦ ਖੁੱਲ੍ਹ ਜਾਂਦੀ ਹੈ, ਸੁਪਨਾ ਟੁੱਟ ਜਾਂਦਾ ਹੈ, ਉਹ ਆਨੰਦ ਵੀ ਖਤਮ ਹੋ ਜਾਂਦਾ ਹੈ। ਸੋ ਉਸੇ ਪ੍ਰਕਾਰ ਹੀ ਮਾਇਆ ਦੀ ਨੀਂਦ ਦੇ ਵਿੱਚ ਅਸੀਂ ਸੁੱਤੇ ਹੋਏ ਇਸ ਧਨ ਦੌਲਤ ਦਾ ਇੱਕ ਤਰ੍ਹਾਂ ਦਾ ਸੁਪਨਾ ਮਾਣ ਰਹੇ ਹਾਂ। ਜਿਸ ਦਿਨ ਸਾਡੀ ਮਾਇਆ ਦੀ ਨੀਂਦ ਖੁੱਲ੍ਹੀ, ਉਸ ਦਿਨ ਸਾਨੂੰ ਪਤਾ ਲੱਗੇਗਾ ਕਿ ਇਹ ਸਾਰੀਆਂ ਖਾਹਿਸ਼ਾਂ ਤੇ ਵਿਅਰਥ ਸਨ। ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ। ਪ੍ਰਭੂ ਦੇ ਨਾਮ ਦੀ ਮੌਜ ਵਿੱਚ ਹੀ ਸਾਰਾ ਸੁੱਖ ਹੈ, ਪਰ ਇਹ ਸੁੱਖ ਕਿਸੇ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਹੀ ਮਿਲਦਾ ਹੈ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਉਹ ਪ੍ਰਮਾਤਮਾ ਸਭ ਕੁਝ ਕਰਨ ਦੇ ਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਦੇ ਸਮਰੱਥ ਹੈ। ਹੇ ਨਾਨਕ, ਸਦਾ ਹੀ ਉਸ ਪ੍ਰਭੂ ਨੂੰ ਸਿਮਰ। ਕਰਨ ਕਰਾਵਣ ਕਰਨਾ ਹਾਰ, ਇਸਕਾ ਹਾਥ ਕਹਾਂ ਵਿਚਾਰ। ਗੁਰੂ ਜੀ ਕਹਿੰਦੇ ਕਿ ਵਿਚਾਰ ਕਰਕੇ ਦੇਖ ਲਵੋ, ਜੀਵ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਪ੍ਰਭੂ ਆਪ ਹੀ ਸਭ ਕੁਝ ਕਰਨ ਅਤੇ ਜੀਵ ਦੇ ਪਾਸੋਂ ਸਭ ਕੁਝ ਕਰਾਉਣ ਦੇ ਸਮਰੱਥ ਹੈ। ਪਹਿਲੀਆਂ ਜੋ ਪਦੀਆਂ ਅਸੀਂ ਪੜ੍ਹੀਆਂ ਹਨ, ਉਹਨਾਂ ਦੇ ਵਿੱਚ ਗੁਰੂ ਜੀ ਨੇ ਮਨੁੱਖ ਦੇ ਹੰਕਾਰ ਦੀ ਗੱਲ ਕੀਤੀ ਹੈ। ਇਹ ਸਮਝਾਇਆ ਹੈ ਕਿ ਕਿਵੇਂ ਮਨੁੱਖ ਆਪਣੇ ਆਪ ਨੂੰ ਹੀ ਸਭ ਕੁਝ ਕਰਨ ਦੇ ਸਮਰੱਥ ਸਮਝ ਬੈਠਦਾ ਹੈ, ਇਸ ਗੱਲ ਦਾ ਹੰਕਾਰ ਕਰ ਬੈਠਦਾ ਹੈ ਕਿ ਜੋ ਕੁਝ ਕਰ ਰਿਹਾ ਹਾਂ ਮੈਂ ਕਰ ਰਿਹਾ ਹਾਂ। ਤੇ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਜਿਹਾ ਨਾ ਸੋਚ ਕੇ ਇਸ ਗੱਲ ਨੂੰ ਸਮਝੋ ਕਿ ਸਭ ਕੁਝ ਕਰਨ ਦੇ ਤੇ ਸਾਡੇ ਪਾਸੋਂ ਸਭ ਕੁਝ ਕਰਵਾਉਣ ਦੇ ਸਮਰੱਥ ਸਿਰਫ ਉਹ ਪ੍ਰਮਾਤਮਾ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ। ਉਹ ਪ੍ਰਮਾਤਮਾ ਕਿਸੇ ਵੀ ਜੀਵ ਤੇ ਕਿਸੇ ਵੀ ਮਨੁੱਖ ਤੇ ਜਿਹੋ ਜਿਹੀ ਦ੍ਰਿਸ਼ਟੀ ਕਰਦਾ ਹੈ, ਉਹ ਜੀਵ, ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ। ਪ੍ਰਭੂ ਆਪ ਹੀ ਇੱਕੋ ਇੱਕ ਅਟੱਲ ਸੱਚਾਈ ਹੈ। ਜੋ ਕੁਛ ਕੀਨੋ ਸੋ ਆਪਣਾ ਰੰਗ, ਸਭ ਤੇ ਦੂਰ ਸਭੂ ਕੈ ਸੰਗ। ਉਸ ਪ੍ਰਮਾਤਮਾ ਨੇ ਜੋ ਕੁਝ ਵੀ ਬਣਾਇਆ ਆਪਣੀ ਮੌਜ ਦੇ ਵਿੱਚ ਬਣਾਇਆ ਹੈ। ਜਿਵੇਂ ਜਿਵੇਂ ਉਹਨੂੰ ਚੰਗਾ ਲੱਗੀ ਗਿਆ, ਉਵੇਂ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਗਿਆ। ਉਹ ਸਾਰਿਆਂ ਤੋਂ ਦੂਰ ਵੀ ਹੈ, ਪਰ ਸਾਰਿਆਂ ਦੇ ਅੰਗ ਸੰਗ ਵੀ ਹੈ। ਬੂਝੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ। ਉਹ ਪ੍ਰਭੂ ਆਪ ਹੀ ਇੱਕ ਵੀ ਹੈ, ਆਪ ਹੀ ਅਨੇਕ ਰੂਪ ਧਾਰ ਰਿਹਾ ਹੈ। ਉਹ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ। ਮਰੈ ਨਾ ਬਿਨਸੈ, ਆਵੈ ਨਾ ਜਾਏ, ਨਾਨਕ ਸਦਹੀ ਰਹਿਆ ਸਮਾਈ। ਉਹ ਪ੍ਰਭੂ ਨਾ ਕਦੇ ਮਰਦਾ ਹੈ, ਨਾ ਬਿਨਸਦਾ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ। ਹੇ ਨਾਨਕ, ਉਹ ਤੇ ਆਪਣੇ ਆਪ ਵਿੱਚ ਹੀ ਸਮਾਇਆ ਰਹਿੰਦਾ ਹੈ, ਆਪਣੇ ਆਪ ਵਿੱਚ ਹੀ ਟਿਕਿਆ ਰਹਿੰਦਾ ਹੈ। ਆਪ ਉਪਦੇਸ਼ੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਉਹ ਪ੍ਰਮਾਤਮਾ ਸਾਰੇ ਹੀ ਜੀਵਾਂ ਦੇ ਵਿੱਚ ਰਚਿਆ ਹੋਇਆ ਹੈ, ਸਭਨਾਂ ਦੇ ਨਾਲ ਮਿਲਿਆ ਹੋਇਆ ਹੈ। ਇਸ ਲਈ ਸਿੱਖਿਆ ਵੀ ਉਹ ਆਪ ਦਿੰਦਾ ਹੈ ਤੇ ਉਸ ਸਿੱਖਿਆ ਨੂੰ ਸਮਝਦਾ ਵੀ ਉਹ ਆਪ ਹੀ ਹੈ। ਇੱਕ ਮਨੁੱਖ ਉਪਦੇਸ਼ ਕਰ ਰਿਹਾ ਹੈ, ਦੂਜਾ ਮਨੁੱਖ ਸੁਣ ਰਿਹਾ ਹੈ। ਜਾਂ ਕਿ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਮਨੁੱਖ ਉਪਦੇਸ਼ ਕਰ ਰਿਹਾ ਹੈ, ਕਿੰਨੀ ਸਾਰੀ ਸੰਗਤ ਉਸ ਉਪਦੇਸ਼ ਨੂੰ ਸੁਣ ਰਹੀ ਹੈ। ਉਪਦੇਸ਼ ਕਰਨ ਵਾਲੇ ਦੇ ਵਿੱਚ ਵੀ ਉਹ ਪ੍ਰਮਾਤਮਾ ਵਸਿਆ ਹੈ, ਸੁਣਨ ਵਾਲਿਆਂ ਦੇ ਵਿੱਚ ਵੀ ਉਹ ਪ੍ਰਮਾਤਮਾ ਵਸਿਆ ਹੈ।
ਸੋ ਸਿੱਖਿਆ ਦੇ ਵੀ ਉਹ ਪ੍ਰਮਾਤਮਾ ਰਿਹਾ ਹੈ, ਸਿੱਖਿਆ ਲੈ ਵੀ ਉਹ ਪ੍ਰਮਾਤਮਾ ਰਿਹਾ ਹੈ। ਬੰਦਾ ਤੇ ਇੱਕ ਜਰੀਆ ਹੈ। ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਉਹ ਕਰਨਾ ਹਾਰ। ਆਪਣਾ ਵਿਸਥਾਰ, ਆਪਣਾ ਖਿਲਾਰਾ ਉਸ ਪਰਮਾਤਮਾ ਨੇ ਆਪ ਹੀ ਬਣਾਇਆ ਹੈ। ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹਰ ਸ਼ੈ ਉਸ ਪਰਮਾਤਮਾ ਦੀ ਹੈ, ਉਹੀ ਸਭ ਕੁਝ ਬਣਾਉਣ ਜੋਗਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ। ਗੁਰੂ ਜੀ ਕਹਿੰਦੇ ਨੇ ਕਿ ਦੱਸੋ ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ? ਹਰ ਥਾਂ ਉਹ ਪ੍ਰਭੂ ਆਪ ਮੌਜੂਦ ਹੈ। ਆਪਣੇ ਚਲਤ ਆਪ ਕਰਨਾ ਹਾਰ, ਕੌਤਕ ਕਰੈ ਰੰਗ ਅਪਾਰ। ਆਪਣੇ ਖੇਡ ਉਹ ਆਪ ਹੀ ਕਰਨ ਦੇ ਸਮਰੱਥ ਹੈ। ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ ਉਹ ਪ੍ਰਮਾਤਮਾ। ਉਹਨੇ ਬੇਅੰਤ ਪ੍ਰਕਾਰ ਦੀ ਖੇਡ ਇਸ ਸ੍ਰਿਸ਼ਟੀ ਦੇ ਵਿੱਚ ਰਚੀ ਹੋਈ ਹੈ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਨ ਨਾ ਜਾਏ। ਜੀਵਾਂ ਦੇ ਮਨ ਵਿੱਚ ਉਹ ਆਪ ਵਸ ਰਿਹਾ ਹੈ ਤੇ ਉਹਦੇ ਮਨ ਦੇ ਵਿੱਚ ਉਹਦੇ ਬਣਾਏ ਹੋਏ ਜੀਵ ਵਸਦੇ ਨੇ। ਹੇ ਨਾਨਕ, ਉਸ ਪ੍ਰਭੂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ। ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ। ਸ੍ਰਿਸ਼ਟੀ ਦਾ ਮਾਲਕ ਉਹ ਪ੍ਰਮਾਤਮਾ ਸਤ ਹੈ, ਯਾਨੀ ਸਦਾ ਹੀ ਕਾਇਮ ਰਹਿਣ ਵਾਲਾ ਹੈ। ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਮਨੁੱਖ ਨੇ ਹੀ ਇਹ ਗੱਲ ਦੱਸੀ ਹੈ। ਸੱਚ 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 ਸਭ ਕੀਨਾ, ਕੋਟ ਮਤੇ ਕਿਨੈ ਵਿਰਲੇ ਚੀਨਾ। ਜੋ ਕੁਝ ਵੀ ਉਸ ਪਰਮਾਤਮਾ ਨੇ ਬਣਾਇਆ ਹੈ ਉਹ ਮੁਕੰਮਲ ਹੈ, ਉਹ ਅਧੂਰਾ ਨਹੀਂ ਹੈ। ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਮਨੁੱਖ ਨੇ ਹੀ ਇਹ ਗੱਲ ਪਛਾਣੀ ਹੈ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਹੇ ਪ੍ਰਮਾਤਮਾ, ਤੇਰਾ ਰੂਪ ਬੜਾ ਹੀ ਪਿਆਰਾ ਹੈ, ਪਿਆਰਾ ਪਿਆਰਾ ਹੈ, ਅਤ ਸੁੰਦਰ ਹੈ, ਬੇਅੰਤ ਸੋਹਣਾ ਹੈ, ਬੇਮਿਸਾਲ ਹੈ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਵਖਿਆਣੀ। ਤੇਰੀ ਬੋਲੀ ਵੀ ਮਿੱਠੀ ਮਿੱਠੀ ਹੈ। ਹਰੇਕ ਸਰੀਰ ਦੇ ਵਿੱਚ ਕੰਨਾਂ ਦੇ ਰਾਹੀਂ ਇਹ ਸੁਣੀ ਜਾ ਰਹੀ ਹੈ ਤੇ ਮੂੰਹ ਦੇ ਰਾਹੀਂ ਇਹ ਬੋਲੀ ਜਾ ਰਹੀ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਹੇ ਨਾਨਕ, ਅਜਿਹੇ ਬੇਮਿਸਾਲ ਪ੍ਰਭੂ ਦਾ ਨਾਮ ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ ਜਦੋਂ ਕੋਈ ਮਨੁੱਖ ਆਪਣੇ ਮਨ ਵਿੱਚ ਜਪਦਾ ਹੈ ਤਾਂ ਉਹ ਮਨੁੱਖ ਵੀ ਪਵਿੱਤਰ ਹੀ ਪਵਿੱਤਰ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 278ਵੇਂ ਅਤੇ 79ਵੇਂ ਅੰਗ ਤੇ ਵਿਰਾਜਮਾਨ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿਚਲੀ ਅਸੀਂ 12ਵੀਂ ਅਸ਼ਟਪਦੀ ਦੀ ਵਿਆਖਿਆ ਦੀ ਸਮਾਪਤੀ ਕੀਤੀ ਹੈ। ਅੱਜ ਦੀ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਪਹਿਲਾਂ ਤੇ ਮਨੁੱਖ ਅਤੇ ਉਸਦੇ ਹੰਕਾਰ ਦੀ ਗੱਲ ਕੀਤੀ ਕਿ ਕਿਸ ਪ੍ਰਕਾਰ ਹੰਕਾਰ ਦੇ ਵਿੱਚ ਆ ਕੇ ਮਨੁੱਖ ਕੀ ਕਰਦਾ ਹੈ, ਕੀ ਸੋਚਦਾ ਹੈ। ਕਦੇ ਧਨ ਦੌਲਤ ਦਾ ਹੰਕਾਰ ਕਰਦਾ ਹੈ, ਕਦੇ ਆਪਣੇ ਸੋਹਣੇ ਰੂਪ ਦਾ ਹੰਕਾਰ ਕਰਦਾ ਹੈ, ਕਦੇ ਇਹ ਸੋਚਣ ਲੱਗਦਾ ਹੈ ਕਿ ਉਹੀ ਸਭ ਕੁਝ ਕਰ ਰਿਹਾ ਹੈ। ਕਦੇ ਉਹਨੂੰ ਆਪਣੇ ਆਸ-ਪਾਸ ਘੁੰਮਦੇ ਇਨਸਾਨਾਂ ਦਾ ਮਾਣ ਹੋ ਜਾਂਦਾ ਹੈ, ਕਦੇ ਆਪਣੇ ਵੱਲੋਂ ਕੀਤੇ ਹੋਏ ਧਾਰਮਿਕ ਕਾਰਜਾਂ ਦਾ ਮਾਣ ਹੋ ਜਾਂਦਾ ਹੈ, ਕਦੇ ਆਪਣੀਆਂ ਕੀਤੀਆਂ ਹੋਈਆਂ ਤਪੱਸਿਆਵਾਂ ਦਾ ਮਾਣ ਹੋ ਜਾਂਦਾ ਹੈ। ਚੰਗੇ ਤੋਂ ਚੰਗਾ ਕਾਰਜ ਵੀ ਜੇਕਰ ਮਨੁੱਖ ਕਰਦਾ ਹੋਵੇ ਪਰ ਉਸ ਕਾਰਜ ਦਾ ਹੰਕਾਰ ਕਰ ਬੈਠੇ ਤਾਂ ਉਸ ਕਾਰਜ ਦਾ ਵੀ ਉਹਨੂੰ ਕੋਈ ਫਲ ਨਹੀਂ ਮਿਲਦਾ। ਹੰਕਾਰ ਹੀ ਉਸ ਮਨੁੱਖ ਦੀਆਂ ਜੜ੍ਹਾਂ ਦੇ ਵਿੱਚ ਬੈਠ ਜਾਂਦਾ ਹੈ। ਕਿਸੇ ਦੂਸਰੇ ਨੂੰ ਉਹਨੂੰ ਖਤਮ ਕਰਨ ਦੀ ਲੋੜ ਨਹੀਂ ਪੈਂਦੀ। ਹੰਕਾਰੀ ਮਨੁੱਖ ਦਾ ਹੰਕਾਰ ਹੀ ਉਸ ਨੂੰ ਖਤਮ ਕਰ ਦਿੰਦਾ ਹੈ। ਤੇ ਆਖਰੀ ਵਾਲੀਆਂ 3-4 ਪਦੀਆਂ ਦੇ ਵਿੱਚ ਗੁਰੂ ਜੀ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਸਾਨੂੰ ਸਮਝਾਇਆ ਹੈ ਕਿ ਇਹ ਸੋਚਣ ਦੀ ਬਜਾਏ ਕਿ ਮੈਂ ਇਹ ਕਰ ਰਿਹਾ ਹਾਂ, ਇਹ ਸੋਚੀਏ ਕਿ ਉਹ ਪਰਮਾਤਮਾ ਮੇਰੇ ਤੋਂ ਇਹ ਕਰਵਾ ਰਿਹਾ ਹੈ, ਕਿਉਂਕਿ ਸਭ ਕੁਝ ਕਰਨ ਦੇ ਤੇ ਸਾਡੇ ਪਾਸੋਂ ਸਭ ਕੁਝ ਕਰਵਾਉਣ ਦੇ ਸਮਰੱਥ ਉਹ ਪਰਮਾਤਮਾ ਹੀ ਹੈ।
ਸ੍ਰਿਸ਼ਟੀ ਦੇ ਵਿੱਚ ਬਣੀ ਹੋਈ ਹਰ ਇੱਕ ਸ਼ੈ ਉਸ ਪਰਮਾਤਮਾ ਦੀ ਮਲਕੀਅਤ ਹੈ। ਸਭ ਕੁਝ ਉਹਦਾ ਬਣਾਇਆ ਹੋਇਆ ਹੈ ਤੇ ਜੋ ਕੁਝ ਵੀ ਉਹਨੇ ਬਣਾਇਆ ਹੈ ਸਭ ਕੁਝ ਹੀ ਮੁਕੰਮਲ ਹੈ, ਕੁਝ ਵੀ ਅਧੂਰਾ ਨਹੀਂ ਹੈ। ਇੰਨਾ ਬੇਅੰਤ, ਇੰਨਾ ਬੇਮਿਸਾਲ ਉਹ ਪਰਮਾਤਮਾ ਹੈ। ਉਹਦੀ ਬੇਮਿਸਾਲਤਾ ਨੂੰ, ਉਹਦੀ ਵਿਸ਼ਾਲਤਾ ਨੂੰ ਪਛਾਣੀਏ ਤੇ ਸਦਾ ਹੀ ਉਸ ਪਰਮਾਤਮਾ ਦੀ ਵਾਹ ਵਾਹ ਕਰੀਏ। ਆਪਣੇ ਅੰਦਰੋਂ ਆਪਣਾ ਆਪਾ ਭਾਵ ਖਤਮ ਕਰਕੇ ਸਦਾ ਹੀ ਇਸ ਸੋਚ ਦੇ ਵਿੱਚ ਰਹੀਏ ਕਿ ਉਹ ਪ੍ਰਮਾਤਮਾ ਦੀ ਜਿਸ ਪ੍ਰਕਾਰ ਦੀ ਮੇਰੇ ਤੇ ਦ੍ਰਿਸ਼ਟੀ ਹੈ, ਮੈਂ ਉਸੇ ਪ੍ਰਕਾਰ ਹੀ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹਾਂ। ਸੋ ਇਸੇ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।